ਟੂ ਸਟੇ ਸ਼ੌਕਤ ਹਿਅਰ ਸਟੱਡੀ ਬਿਕਮਸ ਈਜ਼ੀਅਰ। ਸੋ ਲੋਧੀ ਵੰਸ਼ ਜਿਹੜਾ ਹੈ ਉਸਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਗੱਲ ਕਰਾਂਗੇ। ਜਿਵੇਂ ਤੁਹਾਨੂੰ ਥੰਬਨੇਲ ਦੇ ਵਿੱਚ ਦੇਖਿਆ ਹੋਏਗਾ, ਮੈਂ ਤੁਹਾਨੂੰ ਦੱਸਦਾ ਜੀ ਜੋ ਵੀਡੀਓ ਲੈ ਕੇ ਆਏ ਆਪਾਂ ਇਹ ਹਿਸਟਰੀ ਦੇ ਨਾਲ ਰਿਲੇਟਡ ਯਾਨੀ ਕਿ ਮੈਡੀਵਲ ਹਿਸਟਰੀ ਦੇ ਨਾਲ ਰਿਲੇਟਡ ਹੈਗੀ ਹੈ। ਵੀਡੀਓ ਜਿਹੜੀ ਹੈ ਜਿੰਨੇ ਵੀ ਐਸੇ ਕੈਂਡੀਡੇਟਸ ਹੈਗੇ ਜਿਨ੍ਹਾਂ ਦੇ ਸਬਜੈਕਟ ਦੇ ਵਿੱਚ ਹਿਸਟਰੀ ਆਉਂਦੀ ਹੈ, ਚਾਹੇ ਉਹ ਈਟੀਟੀ ਦੇ ਕੈਂਡੀਡੇਟ ਹੈ, ਉਹ ਮਾਸਟਰ ਕੈਡਰ ਦੇ ਕੈਂਡੀਡੇਟ ਹੈ, ਜਾਂ ਤੁਸੀਂ KVS ਦੇ ਲਈ ਪ੍ਰੀਪੇਅਰ ਕਰ ਰਹੇ ਹੋ, NVS ਦੇ ਲਈ ਪ੍ਰੀਪੇਅਰ ਕਰ ਰਹੇ ਹੋ, DSSB ਦੇ ਲਈ ਪ੍ਰੀਪੇਅਰ ਕਰ ਰਹੇ ਹੋ ਕਿਉਂਕਿ ਉਹਦੀਆਂ ਪੋਸਟਾਂ ਵੀ ਆਊਟ ਹੋ ਰੱਖੀਆਂ ਨੇ, ਜਾਂ ETT ਦੀ ਗੱਲ ਕਰ ਲਈ ਤਾਂ ਸਾਰਿਆਂ ਦੇ ਵਿੱਚ ਜਿੱਥੇ ਵੀ ਹਿਸਟਰੀ ਸਬਜੈਕਟ ਤੁਹਾਨੂੰ ਪੜ੍ਹਨ ਨੂੰ ਮਿਲੇਗਾ, SS ਪੜ੍ਹਨ ਨੂੰ ਮਿਲੇਗੀ, ਤੁਹਾਨੂੰ ਲਈ ਇਹ ਜਿਹੜੀ ਵੀਡੀਓ ਹੈ ਉਹ ਹੈਲਪਫੁਲ ਰਹਿਣ ਵਾਲੀ ਹੈ। ਸੋ ਇਸ ਵੀਡੀਓ ਦੇ ਵਿੱਚ ਆਪਾਂ ਲੋਧੀ ਵੰਸ਼ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਕਿਸ ਸ਼ਾਸਕ ਦੇ ਨਾਲ ਲੋਧੀ ਵੰਸ਼ ਦੀ ਸਥਾਪਨਾ ਹੋਈ ਦਿੱਲੀ ਦੇ ਵਿੱਚ, ਉਹਨਾਂ ਦਾ ਕਾਰਜਕਾਲ, ਉਹਨਾਂ ਦੇ ਕੀਤੇ ਹੋਏ ਕੰਮ, ਤੇ ਕਿਹੜਾ ਸ਼ਾਸਕ ਜਿਹੜਾ ਉਸਦਾ ਆਖਰੀ ਸ਼ਾਸਕ ਸੀ ਤੇ ਉਸਦੇ ਦੁਆਰਾ ਕੀਤੇ ਹੋਏ ਕੰਮ, ਕਿਸ ਨੇ ਉਸਨੂੰ ਰਿਪਲੇਸ ਕੀਤਾ, ਲੋਧੀ ਵੰਸ਼ ਨੂੰ ਕਿਸ ਵੰਸ਼ ਨੇ ਰਿਪਲੇਸ ਕੀਤਾ। ਸੋ ਡਿਟੇਲ ਦੇ ਵਿੱਚ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਪਾਉਣ ਲਈ ਤੁਸੀਂ ਆਲ ਬਟਨ ਤੇ ਜ਼ਰੂਰ ਕਲਿੱਕ ਕਰੋ। ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਉੱਥੇ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੀ ਹੈ ਤੇ ਇਹ ਸਾਰੀ PDF ਵੀ ਤੁਹਾਨੂੰ ਜਿਹੜੀ ਆ ਉਹ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਦਿੱਤੀ ਜਾਊਗੀ। ਹਾਂਜੀ, ਸ਼ੁਰੂ ਕਰਦੇ ਆਪਣੀ ਵੀਡੀਓ ਨੂੰ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਲੋਧੀ ਵੰਸ਼ ਦੇ ਸੰਸਥਾਪਕ ਬਾਰੇ। ਸਭ ਤੋਂ ਪਹਿਲਾਂ ਜਿਹੜਾ ਸ਼ਾਸਕ ਲੋਧੀ ਵੰਸ਼ ਦੇ ਵਿੱਚ ਹੋਇਆ, ਲੋਧੀ ਵੰਸ਼ ਕਿੰਨੇ ਟਾਈਮ ਪੀਰੀਅਡ ਤੋਂ ਲੈ ਕੇ ਕਿੰਨੇ ਟਾਈਮ ਤੱਕ ਰਿਹਾ ਤਾਂ ਲੋਧੀ ਵੰਸ਼ ਤੁਸੀਂ ਦੇਖ ਸਕਦੇ ਹੋ 1451 ਤੋਂ ਲੈ ਕੇ 1526 ਇਸ ਈਅਰ ਤੱਕ ਜਿਹੜਾ ਪੂਰਾ ਲੋਧੀ ਵੰਸ਼ ਜਿਹੜਾ ਦਿੱਲੀ ਸਲਤਨਤ ਤੇ ਰਿਹਾ। ਸੋ ਲੋਧੀ ਵੰਸ਼ ਮੈਂ ਤੁਹਾਨੂੰ ਦੱਸ ਦਵਾਂ ਜੀ ਅਫਗਾਨ ਦਾ ਵੰਸ਼ ਹੈ, ਯਾਨੀ ਕਿ ਅਫਗਾਨ ਸ਼ਾਸਕ ਸੀ। ਕਿਹੜੇ ਸ਼ਾਸਕ ਹੋਏ ਉਸਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ। ਲੋਧੀ ਵੰਸ਼ ਦੇ ਸਭ ਤੋਂ ਪਹਿਲੇ ਸ਼ਾਸਕ ਦੇ ਬਾਰੇ। ਸੋ ਲੋਧੀ ਵੰਸ਼ ਦਾ ਜੋ ਸਭ ਤੋਂ ਪਹਿਲਾ ਸ਼ਾਸਕ ਹੋਇਆ ਜੀ ਉਸਦਾ ਨਾਮ ਸੀਗਾ ਬਹਿਲੋਲ ਖਾਨ ਲੋਧੀ। ਸੋ ਬਹਿਲੋਲ ਖਾਨ ਲੋਧੀ ਦਾ ਕਾਰਜਕਾਲ ਰਿਹਾ ਜੀ 1451 ਤੋਂ ਲੈ ਕੇ 1499 ਤੱਕ। ਤੁਸੀਂ ਈਅਰ ਜਿਹੜੇ ਆਪਣੀ ਨੋਟਬੁੱਕ ਤੇ ਨੋਟ ਕਰਕੇ ਯਾਦ ਰੱਖ ਸਕਦੇ ਹੋ। 1451 ਤੋਂ ਲੋਧੀ ਵੰਸ਼ ਸ਼ੁਰੂ ਹੋਇਆ ਤੇ ਉਦੋਂ ਤੋਂ ਲੈ ਕੇ 1499 ਤੱਕ ਜਿਹੜਾ ਹੈ ਉਹ ਬਹਿਲੋਲ ਖਾਨ ਲੋਧੀ ਜਿਹੜਾ ਦਿੱਲੀ ਦਾ ਸੁਲਤਾਨ ਰਿਹਾ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੀ ਬਹਿਲੋਲ ਖਾਨ ਲੋਧੀ ਜਿਹੜਾ ਸੀ ਉਹ ਪਹਿਲਾ ਅਫਗਾਨ ਸ਼ਾਸਕ ਸੀ। ਸੋ ਇਹ ਸਭ ਤੋਂ ਪਹਿਲਾਂ ਅਫਗਾਨ ਸ਼ਾਸਕ ਸੀ। ਇਸਦਾ ਮਤਲਬ ਇਹ ਹੈ ਜੀ ਅਫਗਾਨ ਵੰਸ਼ ਦਾ ਸਭ ਤੋਂ ਪਹਿਲਾਂ ਇਹ ਸੁਲਤਾਨ ਸੀ ਜਿਹੜਾ ਦਿੱਲੀ ਦਾ ਸ਼ਾਸਕ ਬਣਿਆ, ਦਿੱਲੀ ਦੀ ਗੱਦੀ ਤੇ ਜਿਸ ਅਧਿਕਾਰ ਆਇਆ। ਅਫਗਾਨ ਦਾ ਪਹਿਲਾ ਸ਼ਾਸਕ ਸੀ। ਇਹ ਤੋਂ ਪਹਿਲਾਂ ਬਹੁਤ ਸਾਰੇ ਹਮਲਾਵਰ ਅਫਗਾਨ ਤੋਂ ਆਏ ਨੇ ਲੇਕਿਨ ਉਹ ਦਿੱਲੀ ਦੀ ਗੱਦੀ ਤੇ ਨਹੀਂ ਬੈਠੇ। ਸੋ ਅਫਗਾਨ ਦਾ ਪਹਿਲਾ ਸ਼ਾਸਕ ਸੀ ਜਿਹੜਾ ਦਿੱਲੀ ਦੀ ਗੱਦੀ ਤੇ ਬੈਠਿਆ। ਸੋ ਅਫਗਾਨ ਵੰਸ਼ ਤੋਂ ਇਹ ਰਿਲੇਟ ਕਰਦਾ ਤੇ ਅਫਗਾਨ ਦਾ ਪਹਿਲਾ ਸ਼ਾਸਕ ਇਹ ਲੋਧੀ ਵੰਸ਼ ਦਾ ਬਣਿਆ। ਸੋ ਇਹ ਲੋਧੀ ਵੰਸ਼ ਦਾ ਸੰਸਥਾਪਕ ਵੀ ਕਿਹਾ ਜਾਂਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਭਾਰਤ ਦੇ ਵਿੱਚ ਲੋਧੀ ਵੰਸ਼ ਦੀ ਜਿਹੜੀ ਸਥਾਪਨਾ ਹੈ ਉਹ ਇਸੇ ਨੇ ਕੀਤੀ ਸੀ, ਬਹਿਲੋਲ ਖਾਨ ਲੋਧੀ। ਕਈ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਸੰਸਥਾਪਕ ਨੂੰ ਲੈ ਕੇ ਵੀ ਆ ਜਾਂਦਾ ਹੈ ਕਿ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ, ਤਾਂ ਉਹ ਸੀਗਾ ਜੀ ਬਹਿਲੋਲ ਖਾਨ ਲੋਧੀ। ਜਾਂ ਲੋਧੀ ਵੰਸ਼ ਦਾ ਸਭ ਤੋਂ ਪਹਿਲਾ ਰਾਜਾ ਦਿੱਲੀ ਦੀ ਗੱਦੀ ਤੇ ਬੈਠਾ ਉਸਦਾ ਨਾਮ ਵੀ ਹੈ ਬਹਿਲੋਲ ਖਾਨ ਲੋਧੀ। ਹਾਂਜੀ, ਇਹ ਦਿੱਲੀ ਦੀ ਸਲਤਨਤ ਤੋਂ ਪਹਿਲਾਂ ਜਿਹੜਾ ਸੀ ਉਹ ਸਰਹੰਦ ਦਾ ਸੂਬੇਦਾਰ ਹੋਇਆ ਕਰਦਾ ਸੀ, ਯਾਨੀ ਕਿ ਭਾਰਤ ਦੇ ਵਿੱਚ ਆ ਕੇ ਦਿੱਲੀ ਦੀ ਗੱਦੀ ਤੇ ਬੈਠਣ ਤੋਂ ਪਹਿਲਾਂ ਇਹ ਸਰਹੰਦ ਦਾ ਸੂਬੇਦਾਰ ਹੋਇਆ ਕਰਦਾ ਸੀ। ਉਸ ਤੋਂ ਬਾਅਦ ਇਸਨੇ ਜੌਨਪੁਰ ਦੇ ਰਾਜਾ ਹੁਸੈਨ ਸ਼ਾਹ ਨੂੰ ਹਰਾਇਆ। ਇਸ ਤੇ ਕੁਐਸਚਨ ਆ ਸਕਦਾ, ਇਸ ਨੂੰ ਧਿਆਨ ਦੇ ਵਿੱਚ ਤੁਸੀਂ ਨੋਟ ਕਰੋ ਕਿ ਇਸਨੇ ਕੀ ਕੀਤਾ ਸੀ। ਜੌਨਪੁਰ ਦੇ ਰਾਜਾ ਹੁਸੈਨ ਸ਼ਾਹ ਨੂੰ ਹਰਾਇਆ ਸੀ ਤੇ ਉਸ ਨੂੰ ਜੌਨਪੁਰ ਨੂੰ ਆਪਣੀ ਦਿੱਲੀ ਦੀ ਸਲਤਨਤ ਦੇ ਵਿੱਚ ਮਿਲਾ ਕੇ ਖੁਦ ਦਿੱਲੀ ਦਾ ਸੁਲਤਾਨ ਬਣ ਗਿਆ ਸੀ। ਇਸਨੇ ਬਹਿਲੋਲ ਨਾਮ ਦੇ ਸਿੱਕੇ ਵੀ ਚਲਾਏ ਸੀ। ਇਸ ਤੇ ਵੀ ਕੁਐਸਚਨ ਅਕਸਰ ਪੁੱਛਿਆ ਜਾਂਦਾ ਹੈ। ਬਹਿਲੋਲ ਸਿੱਕੇ ਜਿਹੜੇ ਇਸਨੇ ਚਲਾਏ ਸੀ, ਰੇਡੀਓ ਸਿੱਕੇ। ਇਹ ਤੁਸੀਂ ਇੱਥੇ ਫੋਟੋ ਦੇਖ ਸਕਦੇ ਹੋ। ਇਹ ਅਫਗਾਨ ਦਾ ਪਹਿਲਾ ਸ਼ਾਸਕ ਸੀ। ਸੋ ਇਸਨੇ ਬਹਿਲੋਲ ਨਾਮ ਦੇ ਸਿੱਕੇ ਜਿਹੜੇ ਚਲਾਏ ਸੀ। ਅਫਗਾਨ ਸਰਦਾਰ ਜਿਹੜੇ ਹੁੰਦੇ ਸੀ ਉਸ ਟਾਈਮ ਦੇ ਅਫਗਾਨ ਸਰਦਾਰ, ਉਹਨਾਂ ਦੀ ਕਾਫੀ ਇੱਜ਼ਤ ਕਰਦਾ ਸੀ ਤੇ ਅਫਗਾਨ ਸਰਦਾਰਾਂ ਨੂੰ ਉਸ ਟਾਈਮ ਇਹ ਮਕਸਦ ਆਲੋ ਨਾਮ ਨਾਲ ਕਹਿ ਕੇ ਬੁਲਾਉਂਦਾ ਸੀ। ਲਾਈਕ ਉਸ ਟਾਈਮ ਦੇ ਜਿੰਨੇ ਵੀ ਅਫਗਾਨ ਸਰਦਾਰ ਸੀ ਉਹਨਾਂ ਨੂੰ ਰਿਸਪੈਕਟ ਵਜੋਂ ਉਹਨਾਂ ਨੂੰ ਇੱਕ ਨਾਮ ਤੋਂ ਬੁਲਾਇਆ ਜਾਂਦਾ ਸੀ ਤੇ ਉਹ ਸੀਗਾ ਜੀ ਮਕਸਦ ਆਲੋ। ਇਸ ਤੇ ਅਕਸਰ ਕੁਐਸਚਨ ਜਿਹੜਾ ਉਹ ਪੁੱਛਿਆ ਜਾਂਦਾ ਹੈ ਕਿ ਅਫਗਾਨ ਸਰਦਾਰਾਂ ਨੂੰ ਇੱਜ਼ਤ ਵਜੋਂ ਕਿਸ ਨਾਮ ਨਾਲ ਜਾਂ ਕਿਸ ਸ਼ਬਦ ਨਾਲ ਬੁਲਾਇਆ ਜਾਂਦਾ ਸੀ, ਤਾਂ ਉਹ ਸੀ ਮਕਸਦ ਆਲੋ। ਹਾਂਜੀ, ਇਹ ਲਾਸਟ ਗਵਾਲੀਅਰ ਦੇ ਜਿਹੜਾ ਹੈ ਆਪਣੀ ਅੰਤਿਮ ਅਭਿਆਨ ਤੋਂ ਅੰਤਿਮ ਯੁੱਧ ਤੋਂ ਵਾਪਸ ਆ ਰਿਹਾ ਸੀ ਕਿ ਰਾਹ ਵਿੱਚ ਇਸ ਨੂੰ ਅੱਗੇ ਜਿਸ ਦੇ ਨਾਲ ਅੱਗੇ ਜਾ ਕੇ ਇਹ 12 ਜੂਨ 1499 ਨੂੰ ਇਸ ਦੀ ਮੌਤ ਹੋ ਗਈ। ਤਾਂ 12 ਜੂਨ 1499 ਇਸ ਦੀ ਡੈਥ ਡੇਟ ਹੈ, ਇਸ ਨੂੰ ਤੁਸੀਂ ਯਾਦ ਰੱਖਿਓ। ਸੋ ਇਹ ਸੀਗਾ ਜੀ ਬਹਿਲੋਲ ਖਾਨ ਲੋਧੀ, ਸਭ ਤੋਂ ਪਹਿਲਾ ਸ਼ਾਸਕ ਲੋਧੀ ਵੰਸ਼ ਦਾ, ਜਿਸ ਨੂੰ ਲੋਧੀ ਵੰਸ਼ ਦਾ ਸੰਸਥਾਪਕ ਕਿਹਾ ਜਾਂਦਾ ਹੈ। ਅਫਗਾਨ ਦਾ ਪਹਿਲਾ ਸ਼ਾਸਕ ਜੋ ਦਿੱਲੀ ਦੀ ਗੱਦੀ ਤੇ ਬੈਠਿਆ। ਉਸ ਤੋਂ ਪਹਿਲਾਂ ਇਹ ਸਰਹੰਦ ਦਾ ਸੂਬੇਦਾਰ ਹੋਇਆ ਕਰਦਾ ਸੀ। ਜੌਨਪੁਰ ਦੇ ਰਾਜਾ ਹੁਸੈਨ ਸ਼ਾਹ ਨੂੰ ਇਸਨੇ ਹਰਾਇਆ ਸੀ ਤੇ ਦਿੱਲੀ ਦਾ ਸੁਲਤਾਨ ਬਣ ਗਿਆ। ਬਹਿਲੋਲ ਸਿੱਕੇ ਵੀ ਇਸਨੇ ਚਲਾਏ ਸੀ ਤੇ ਅਫਗਾਨ ਦੇ ਸਰਦਾਰਾਂ ਨੂੰ ਇਹ ਮਕਸਦ ਆਲੋ ਕਹਿ ਕੇ ਇੱਜ਼ਤ ਦੇ ਕੇ ਬੁਲਾਉਂਦਾ ਸੀ। ਤੇ ਗਵਾਲੀਅਰ ਦੀ ਜਿਹੜੇ ਅੰਤਿਮ ਅਭਿਆਨ ਤੋਂ ਵਾਪਸ ਆਉਂਦੇ ਹੋਏ ਲੂ ਲੱਗਣ ਕਰਕੇ 12 ਜੂਨ 1499 ਨੂੰ ਇਸ ਦੀ ਮੌਤ ਹੋ ਗਈ। ਤੇ ਇਹ ਸੀਗਾ ਜੀ ਪਹਿਲਾ ਸ਼ਾਸਕ। ਹੁਣ ਗੱਲ ਕਰਦੇ ਹਾਂ ਜੀ ਦੂਸਰੇ ਦੀ। ਹਾਂਜੀ, ਹੁਣ ਆਪਾਂ ਕਰਦੇ ਹਾਂ ਲੋਧੀ ਵੰਸ਼ ਦੇ ਦੂਸਰੇ ਸ਼ਾਸਕ ਦੀ ਗੱਲ, ਜੋ ਕਿ ਸੀ ਸਿਕੰਦਰ ਲੋਧੀ। ਸੋ ਸਿਕੰਦਰ ਲੋਧੀ ਜਿਹੜਾ ਹੈ ਉਹ ਲੋਧੀ ਵੰਸ਼ ਦਾ ਦੂਸਰਾ ਸ਼ਾਸਕ ਸੀ। 1499 ਤੋਂ ਲੈ ਕੇ 1517 ਈਸਵੀ ਤੱਕ ਇਸ ਦਾ ਕਾਰਜਕਾਲ ਰਿਹਾ ਸਿਕੰਦਰ ਲੋਧੀ ਦਾ। ਇਹ ਸੀਗਾ ਬਹਿਲੋਲ ਖਾਨ ਲੋਧੀ ਦਾ ਪੁੱਤਰ। ਬਹਿਲੋਲ ਖਾਨ ਲੋਧੀ ਦਾ ਪੁੱਤਰ ਹੀ ਜਿਹੜਾ ਲੋਧੀ ਵੰਸ਼ ਦਾ ਦੂਸਰਾ ਸ਼ਾਸਕ
ਲੋਧੀ ਵੰਸ਼ ਦੇ ਵਿੱਚੋਂ ਦਿੱਲੀ ਦਾ ਦੂਸਰਾ ਸ਼ਾਸਕ ਬਣਿਆ। ਸਰਵੋਤਮ ਸ਼ਾਸਕ ਵੀ ਇਸ ਨੂੰ ਲੋਧੀ ਵੰਸ਼ ਦੇ ਜਿੰਨੇ ਵੀ ਸ਼ਾਸਕ ਹੋਏ ਉਹਨਾਂ ਵਿੱਚ ਇਸ ਨੂੰ ਸਰਵੋਤਮ ਸ਼ਾਸਕ ਸਰਵਸ਼੍ਰੇਸ਼ਟ ਸ਼ਾਸਕ ਮੰਨਿਆ ਜਾਂਦਾ ਹੈ। ਮੂਲ ਨਾਮ ਇਸਦਾ ਨਿਜ਼ਾਮ ਖਾਨ ਸੀ। ਬਾਅਦ ਦੇ ਵਿੱਚ ਇਸ ਨੂੰ ਉਪਾਧੀ ਮਿਲੀ ਸਿਕੰਦਰ ਲੋਧੀ ਦੀ। ਸੋ ਜਿਹਦਾ ਜਿਹੜਾ ਮੂਲ ਨਾਮ ਹੈ, ਕਈ ਵਾਰ ਉਸ ਤੇ ਕੁਐਸਚਨ ਆ ਜਾਂਦਾ ਹੈ, ਤਾਂ ਬਹਿਲੋਲ ਖਾਨ ਦੇ ਪੁੱਤਰ ਦਾ ਨਾਮ ਸੀਗਾ ਜੀ ਨਿਜ਼ਾਮ ਖਾਨ। ਬਾਅਦ ਦੇ ਵਿੱਚ ਉਸ ਨੂੰ ਉਪਾਧੀ ਮਿਲੀ ਸੀ ਸਿਕੰਦਰ ਲੋਧੀ ਦੀ। ਉਪਨਾਮ ਇਹਦਾ ਇੱਕ ਹੋਰ ਵੀ ਸੀ ਜੀ ਗੁਲਰੁਖੀ। ਇਹ ਫਾਰਸੀ ਭਾਸ਼ਾ ਦੇ ਵਿੱਚ ਕਵਿਤਾਵਾਂ ਲਿਖਿਆ ਕਰਦਾ ਸੀ ਤੇ ਇਹਦੀਆਂ ਸਾਰੀਆਂ ਕਵਿਤਾਵਾਂ ਦੇ ਵਿੱਚ ਜੋ ਆਪਣਾ ਨਾਮ ਯੂਜ਼ ਕਰਦਾ ਸੀ ਉਹ ਸੀਗਾ ਜੀ ਗੁਲਰੁਖੀ। ਇਹ ਕਾਫੀ ਇੰਪੋਰਟੈਂਟ ਹੈ ਕਿਉਂਕਿ ਇਸ ਤੇ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿਸ ਨਾਮ ਨਾਲ ਜਾਂ ਕਿਸ ਉਪਨਾਮ ਨਾਲ ਉਹ ਆਪਣੀ ਫਾਰਸੀ ਕਵਿਤਾਵਾਂ ਲਿਖਦਾ ਸੀ, ਤਾਂ ਉਹ ਹੈਗਾ ਜੀ ਗੁਲਰੁਖੀ। ਸੰਗੀਤ ਪੁਸਤਕ ਇੱਕ ਸਭ ਤੋਂ ਵਧੀਆ ਸੰਗੀਤ ਦੇ ਇਤਿਹਾਸ ਦੇ ਵਿੱਚ ਸਭ ਤੋਂ ਵਧੀਆ ਪੁਸਤਕ ਮੰਨੀ ਜਾਂਦੀ ਹੈ ਜੀ ਲਜਤ-ਏ-ਸਿਕੰਦਰੀ। ਉਹ ਵੀ ਇਸ ਦੇ ਟਾਈਮ ਦੇ ਵਿੱਚ ਹੀ ਜਿਹੜੀ ਹੈ ਉਹ ਪ੍ਰਕਾਸ਼ਿਤ ਹੋਈ ਸੀ। ਨਾਮ ਤੁਸੀਂ ਯਾਦ ਰੱਖਿਓ, ਸੰਗੀਤ ਦੀ ਪੁਸਤਕ ਹੈ ਲਜਤ-ਏ-ਸਿਕੰਦਰੀ। ਹੋਰ ਬਹੁਤ ਇੰਪੋਰਟੈਂਟ ਜੀ ਕਿ ਭੂਮੀ ਮਾਪਣ ਲਈ ਸਭ ਤੋਂ ਪਹਿਲਾ ਜਿਹੜਾ ਪੈਮਾਨਾ ਹੈਗਾ ਉਹ ਗਜ-ਏ-ਸਿਕੰਦਰੀ ਵੀ ਜਿਹੜਾ ਸਿਕੰਦਰ ਲੋਧੀ ਦੇ ਟਾਈਮ ਹੀ ਦਿੱਤਾ ਗਿਆ ਸੀ। ਆਪਣੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ ਭੂਮੀ ਮਾਪਣ ਦਾ ਜਿਹੜਾ ਪੈਮਾਨਾ ਹੈ ਉਹ ਪਹਿਲੀ ਵਾਰ ਜਿਹੜਾ ਦਿੱਤਾ ਗਿਆ ਤੇ ਜਿਸ ਦਾ ਨਾਮ ਹੈ ਗਜ-ਏ-ਸਿਕੰਦਰੀ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਭਾਰਤ ਦੇ ਵਿੱਚ ਭੂਮੀ ਮਾਪਣ ਦਾ ਸਭ ਤੋਂ ਪਹਿਲਾ ਪੈਮਾਨਾ ਸੀ ਜਿਸ ਦਾ ਨਾਮ ਸੀ ਗਜ-ਏ-ਸਿਕੰਦਰੀ। ਹਾਂਜੀ, ਕੁਸ਼ਲ ਸੈਨਾ ਅਤੇ ਗੁਪਤਚਰ ਪ੍ਰਣਾਲੀ ਦਾ ਇਸਨੇ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ 1504 ਈਸਵੀ ਵਿੱਚ ਆਗਰਾ ਦੀ ਸਥਾਪਨਾ ਵੀ ਕੀਤੀ ਸੀ। ਇਸ ਤੇ ਵੀ ਕੁਐਸਚਨ ਆ ਜਾਂਦਾ ਹੈ ਕਿ ਆਗਰਾ ਸ਼ਹਿਰ ਦੀ ਸਥਾਪਨਾ ਕਿਸਨੇ ਕਰਵਾਈ ਸੀ, ਤਾਂ 1504 ਈਸਵੀ ਵਿੱਚ ਸਿਕੰਦਰ ਲੋਧੀ ਨੇ ਇਸ ਦੀ ਸਥਾਪਨਾ ਕਰਵਾਈ ਸੀ ਤੇ ਇਸੇ ਨੂੰ 1506 ਈਸਵੀ ਨੂੰ ਹੀ ਇਸਨੇ ਆਪਣੀ ਆਗਰਾ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ। ਇਸ ਤੇ ਵੀ ਕੁਐਸਚਨ ਆ ਸਕਦਾ ਕਿ ਆਗਰਾ ਨੂੰ ਸਭ ਤੋਂ ਪਹਿਲਾਂ ਆਪਣੀ ਰਾਜਧਾਨੀ ਕਿਸਨੇ ਬਣਾਇਆ ਸੀ, ਤਾਂ ਸਿਕੰਦਰ ਲੋਧੀ ਨੇ 1506 ਈਸਵੀ ਵਿੱਚ ਆਗਰਾ ਨੂੰ ਆਪਣੀ ਰਾਜਧਾਨੀ ਬਣਾਇਆ। ਇਸਨੇ ਇੱਕ ਆਯੁਰਵੈਦਿਕ ਗ੍ਰੰਥ ਦੀ ਫਾਰਸੀ ਭਾਸ਼ਾ ਵਿੱਚ ਅਨੁਵਾਦ ਵੀ ਕਰਵਾਇਆ ਸੀ ਜਿਸ ਦਾ ਨਾਮ ਇਸਨੇ ਰੱਖਿਆ ਸੀ ਫਰੰਗ-ਏ-ਸਿਕੰਦਰੀ। ਇਸ ਨੇਮ ਤੇ ਵੀ ਕਈ ਵਾਰ ਕੁਐਸਚਨ ਜਿਹੜਾ ਪੁੱਛਿਆ ਜਾ ਸਕਦਾ। ਇਸ ਤੋਂ ਇਲਾਵਾ ਇਸਨੇ ਜਜ਼ੀਆ ਕਰ ਵੀ ਲੈਣਾ ਸ਼ੁਰੂ ਕਰ ਦਿੱਤਾ ਸੀ। ਜਜ਼ੀਆ ਕਰ ਤੁਹਾਨੂੰ ਪਤਾ ਹੈ ਜੀ ਕੀ ਹੁੰਦਾ ਹੈ। ਜਜ਼ੀਆ ਕਰ ਜਿਹੜਾ ਇਹ ਇੱਕ ਨੋਨ ਮੁਸਲਿਮ ਲੋਕਾਂ ਤੋਂ ਲਿੱਤਾ ਜਾਂਦਾ ਸੀ। ਉਸ ਵਕਤ ਜਿਹੜੇ ਵੀ ਲੋਕ ਮੁਸਲਮਾਨ ਧਰਮ ਦੇ ਨਹੀਂ ਸੀ, ਕਿਸੇ ਹੋਰ ਧਰਮ ਦੇ ਹੁੰਦੇ ਸੀ, ਤਾਂ ਉਹ ਜਦੋਂ ਵੀ ਆਪਣੇ ਤੀਰਥ ਸਥਾਨਾਂ ਤੇ ਯਾਤਰਾ ਕਰਦੇ ਸੀ ਤਾਂ ਉਸ ਦੇ ਲਈ ਉਹਨਾਂ ਤੋਂ ਇੱਕ ਟੈਕਸ ਲਿਆ ਜਾਂਦਾ ਸੀ ਜਿਸ ਨੂੰ ਕਿਹਾ ਜਾਂਦਾ ਸੀ ਜਜ਼ੀਆ ਕਰ। ਇਸ ਤੋਂ ਇਲਾਵਾ ਕਾਫੀ ਕੱਟੜਪੰਥੀ ਜਿਹੜਾ ਮੁਸਲਿਮ ਸੀ ਤੇ ਕਾਫੀ ਜਿਹੜਾ ਕਰੂਰ ਰਾਜਾ ਸੀ, ਇਸ ਲਈ ਇਸਨੇ ਇੱਕ ਵਾਰ ਇੱਕ ਬ੍ਰਾਹਮਣ ਨੂੰ ਵੀ ਜਿਹੜਾ ਬੋਧਨ ਨਾਮ ਦਾ ਬ੍ਰਾਹਮਣ ਦਾ ਵੀ ਕਤਲ ਕਰਵਾ ਦਿੱਤਾ ਸੀ, ਫਾਂਸੀ ਦੇ ਦਿੱਤੀ ਸੀ। ਕਿਉਂਕਿ ਉਸਨੇ ਹਿੰਦੂ ਅਤੇ ਮੁਸਲਮਾਨ ਧਰਮ ਇੱਕ ਸਮਾਨ ਪਵਿੱਤਰ ਹਨ ਇਹ ਗੱਲ ਕਹੀ ਸੀ। ਸੋ ਜਿਹੜੀ ਕਿ ਇਸਨੂੰ ਪਸੰਦ ਨਹੀਂ ਆਈ ਤੇ ਇਸਨੇ ਉਹ ਬ੍ਰਾਹਮਣ ਨੂੰ ਵੀ ਫਾਂਸੀ ਦੇ ਦਿੱਤੀ। ਤੋਂ ਲਾਸਟ ਦੇ ਵਿੱਚ 21 ਨਵੰਬਰ 1517 ਈਸਵੀ ਨੂੰ ਇਸਦੀ ਮੌਤ ਹੋ ਗਈ। ਸੋ ਸਿਕੰਦਰ ਲੋਧੀ ਦਾ ਅਗਰ ਦੁਬਾਰਾ ਤੋਂ ਆਪਾਂ ਦੇਖੀਏ 1499 ਤੋਂ ਲੈ ਕੇ 1517 ਤੱਕ ਦਾ ਇਸਦਾ ਪੂਰਾ ਕਾਰਜਕਾਲ ਰਿਹਾ। ਬਹਿਲੋਲ ਖਾਨ ਲੋਧੀ ਦਾ ਇਹ ਪੁੱਤਰ ਸੀ। ਲੋਧੀ ਵੰਸ਼ ਦਾ ਸਰਵੋਤਮ ਸ਼ਾਸਕ ਇਸ ਨੂੰ ਕਿਹਾ ਜਾਂਦਾ ਹੈ। ਸਿਕੰਦਰ ਲੋਧੀ ਜਿਹੜਾ ਇਸ ਨੂੰ ਉਪਾਧੀ ਮਿਲੀ ਸੀ ਲੇਕਿਨ ਇਸਦਾ ਮੂਲ ਨਾਮ ਨਿਜ਼ਾਮ ਖਾਨ ਸੀ ਤੇ ਇੱਕ ਹੋਰ ਉਪਾਧੀ ਇਸਦਾ ਉਪਨਾਮ ਸੀ ਗੁਲਰੁਖੀ ਜਿਸ ਨਾਲ ਇਹ ਆਪਣੀ ਫਾਰਸੀ ਕਵਿਤਾਵਾਂ ਲਿਖਿਆ ਕਰਦਾ ਸੀ। ਸੰਗੀਤ ਦੀ ਇੱਕ ਪੁਸਤਕ ਲਜਤ-ਏ-ਸਿਕੰਦਰੀ ਦੀ ਰਚਨਾ ਵੀ ਜਿਹੜੀ ਇਸ ਦੇ ਟਾਈਮ ਹੋਈ ਸੀ ਤੇ ਇਸਨੇ ਸਭ ਤੋਂ ਪਹਿਲਾਂ ਭੂਮੀ ਨੂੰ ਮਾਪਣ ਲਈ ਭਾਰਤ ਦੇ ਵਿੱਚ ਇੱਕ ਪੈਮਾਨਾ ਦਿੱਤਾ ਸੀ ਜਿਸ ਦਾ ਨਾਮ ਸੀ ਗਜ-ਏ-ਸਿਕੰਦਰੀ। ਕੁਸ਼ਲ ਸੈਨਾ ਤੇ ਗੁਪਤਚਰ ਪ੍ਰਣਾਲੀ ਦਾ ਇਸਨੇ ਜਿਹੜਾ ਹੈ ਜੀ ਗਠਨ ਕੀਤਾ ਸੀ ਤੇ ਨਾਲ ਹੀ ਸਿਕੰਦਰ ਲੋਧੀ ਨੇ 1504 ਈਸਵੀ ਵਿੱਚ ਆਗਰਾ ਸ਼ਹਿਰ ਦੀ ਸਥਾਪਨਾ ਕੀਤੀ ਤੇ 1506 ਈਸਵੀ ਵਿੱਚ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ। ਇਸ ਤੋਂ ਇਲਾਵਾ ਇਸਨੇ ਆਯੁਰਵੈਦਿਕ ਗ੍ਰੰਥ ਦੀ ਫਾਰਸੀ ਭਾਸ਼ਾ ਵਿੱਚ ਅਨੁਵਾਦ ਕਰਵਾਇਆ ਸੀ ਜਿਸ ਦਾ ਨਾਮ ਇਸਨੇ ਰੱਖਿਆ ਫਰੰਗੇ-ਸਿਕੰਦਰੀ। ਜਜ਼ੀਆ ਕਰ ਲੈਣਾ ਇਸਨੇ ਸ਼ੁਰੂ ਕਰ ਦਿੱਤਾ ਸੀ ਨੋਨ ਮੁਸਲਿਮ ਲੋਕਾਂ ਤੋਂ ਜਦ ਵੀ ਆਪਣੇ ਤੀਰਥ ਤੇ ਜਾਂਦੇ ਸੀ। ਇਲਾਵਾ ਇੱਕ ਕੱਟੜ ਮੁਸਲਮਾਨ ਸੀ ਜੋ ਕਿ ਦੂਜੇ ਧਰਮ ਦੇ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦਾ ਸੀ। ਤਾਂ ਇੱਕ ਬ੍ਰਾਹਮਣ ਦੇ ਕਹਿਣ ਤੇ ਕਿ ਮੁਸਲਮਾਨ ਤੇ ਜਿਹੜਾ ਹਿੰਦੂ ਧਰਮ ਹੈ ਉਹ ਦੋਨੋਂ ਹੀ ਬਰਾਬਰ ਪਵਿੱਤਰ ਨੇ, ਉਸ ਲਈ ਉਸਨੂੰ ਜਿਹੜਾ ਫਾਂਸੀ ਦੇ ਦਿੱਤੀ ਸੀ। ਬੋਧਨ ਨਾਮ ਦਾ ਬ੍ਰਾਹਮਣ ਸੀ ਜਿਸ ਨੂੰ ਇਸਨੇ ਫਾਂਸੀ ਦਿੱਤੀ ਸੀ। ਇਹ 21 ਨਵੰਬਰ 1517 ਈਸਵੀ ਨੂੰ ਇਸਦੀ ਮੌਤ ਹੋ ਜਾਂਦੀ ਹੈ। ਲੋਧੀ ਵੰਸ਼ ਦਾ ਦੂਜਾ ਸੁਲਤਾਨ। ਹੁਣ ਆਪਾਂ ਗੱਲ ਕਰਦੇ ਹਾਂ ਜੀ ਲੋਧੀ ਵੰਸ਼ ਦਾ ਤੀਸਰਾ ਤੇ ਆਖਰੀ ਸੁਲਤਾਨ ਬਾਰੇ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਲੋਧੀ ਵੰਸ਼ ਦੇ ਤੀਸਰੇ ਤੇ ਆਖਰੀ ਸ਼ਾਸਕ ਦੇ ਬਾਰੇ ਸੀ ਇਬਰਾਹਿਮ ਲੋਧੀ ਤੇ ਇਸਦਾ ਕਾਰਜਕਾਲ ਰਿਹਾ ਜੀ 1517 ਤੋਂ ਲੈ ਕੇ 1526 ਤੇ ਲੋਧੀ ਵੰਸ਼ ਦਾ ਆਖਰੀ ਸ਼ਾਸਕ ਸੀ ਤੇ ਇਹ ਰਹੀ ਜੀ ਇਸਦੀ ਫੋਟੋ। ਸਿਕੰਦਰ ਲੋਧੀ ਦਾ ਪੁੱਤਰ ਸੀ ਸਭ ਤੋਂ ਪਹਿਲਾਂ ਜੋ ਸੀਗਾ ਜੀ ਬਹਿਲੋਲ ਖਾਨ ਲੋਧੀ ਜਿਸ ਨੂੰ ਲੋਧੀ ਵੰਸ਼ ਦਾ ਸੰਸਥਾਪਕ ਕਿਹਾ ਜਾਂਦਾ ਹੈ। ਉਸਦਾ ਪੁੱਤਰ ਸੀ ਸਿਕੰਦਰ ਲੋਧੀ ਜੋ ਲੋਧੀ ਵੰਸ਼ ਦਾ ਦੂਸਰਾ ਸ਼ਾਸਕ ਬਣਿਆ। ਤੀਸਰਾ ਇਸਦਾ ਜਿਹੜਾ ਸ਼ਾਸਕ ਬਣਿਆ ਸੀ ਉਹ ਸੀਗਾ ਜੀ ਇਬਰਾਹਿਮ ਲੋਧੀ ਜੋ ਕਿ ਸਿਕੰਦਰ ਲੋਧੀ ਦਾ ਅੱਗੇ ਪੁੱਤਰ ਸੀ। ਲੋਧੀ ਵੰਸ਼ ਦਾ ਇਸ ਨੂੰ ਆਖਰੀ ਸ਼ਾਸਕ ਵੀ ਕਿਹਾ ਜਾਂਦਾ ਹੈ। ਸਭ ਤੋਂ ਹੀ ਇੰਪੋਰਟੈਂਟ ਜਿਹੜਾ ਕੁਐਸਚਨ ਦੇ ਵਿੱਚੋਂ ਇਬਰਾਹਿਮ ਲੋਧੀ ਬਾਰੇ ਵੀ ਪੁੱਛਿਆ ਜਾਂਦਾ ਹੈ ਕਿਉਂਕਿ ਲੋਧੀ ਵੰਸ਼ ਦਾ ਜਦ ਵੀ ਆਪਾਂ ਨਾਮ ਲੈਂਦੇ ਹਾਂ ਜੀ ਇਬਰਾਹਿਮ ਲੋਧੀ ਹੀ ਮਾਈਂਡ ਦੇ ਵਿੱਚ ਆਉਂਦਾ ਹੈ। ਤੇ ਇਬਰਾਹਿਮ ਲੋਧੀ ਦੇ ਨਾਲ ਹੀ ਲੋਧੀ ਵੰਸ਼ ਦਾ ਜਿਹੜਾ ਅੰਤ ਹੋ ਗਿਆ ਸੀ। ਕਿਵੇਂ ਹੋਇਆ? ਯੁੱਧ ਦੇ ਮੈਦਾਨ ਦੇ ਵਿੱਚ ਮਾਰਿਆ ਜਾਣ ਵਾਲਾ ਸਭ ਤੋਂ ਪਹਿਲਾ ਸ਼ਾਸਕ ਸੀ, ਯਾਨੀ ਕਿ ਸਭ ਤੋਂ ਪਹਿਲਾਂ ਤਾਂ ਅਫਗਾਨ ਤੋਂ ਬਹੁਤ ਸਾਰੇ ਸ਼ਾਸਕਾਂ ਨੇ ਭਾਰਤ ਦੇ ਉੱਤੇ ਹਮਲਾ ਕੀਤਾ ਲੇਕਿਨ ਉਹ ਲੁੱਟ ਕੇ ਭਾਰਤ ਤੇ ਹਮਲਾ ਕਰਕੇ ਚਲੇ ਗਏ। ਤਾਂ ਬਹਿਲੋਲ ਖਾਨ ਲੋਧੀ ਹੀ ਪਹਿਲਾ ਸੀ ਜਿਸ ਨੇ ਸਭ ਤੋਂ ਪਹਿਲਾਂ ਦਿੱਲੀ ਗੱਦੀ ਤੇ ਬੈਠਿਆ। ਉਸ ਤੋਂ ਬਾਅਦ ਲੋਧੀ ਵੰਸ਼ ਦਾ ਜੋ ਆਖਰੀ ਸ਼ਾਸਕ ਸੀ ਇਬਰਾਹਿਮ ਲੋਧੀ, ਇਹ ਐਸਾ ਪਹਿਲਾ ਸ਼ਾਸਕ ਸੀ ਜੋ ਯੁੱਧ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਸੀ। ਇਸ ਤੋਂ ਪਹਿਲਾਂ ਜਿੰਨੇ ਵੀ ਸ਼ਾਸਕ ਹੋਏ ਸੀ ਅਫਗਾਨ ਤੋਂ ਆਏ ਜਿੰਨੇ ਵੀ ਸ਼ਾਸਕ ਹੋਏ ਸੀ ਉਹ ਕਦੀ ਵੀ ਯੁੱਧ ਦੇ ਮੈਦਾਨ ਦੇ ਵਿੱਚ ਨਹੀਂ ਮਾਰੇ ਗਏ। ਜਿਵੇਂ ਤੁਹਾਨੂੰ ਪਤਾ ਹੈ ਬਹਿਲੋਲ ਖਾਨ ਲੋਧੀ ਜਿਹੜਾ ਬਿਮਾਰੀ ਨਾਲ ਮਰਿਆ ਸੀ। ਸੋ ਯੁੱਧ ਦੇ ਮੈਦਾਨ ਦੇ ਵਿੱਚ ਲੜਦੇ ਹੋਏ ਮਾਰਿਆ ਜਾਣ ਵਾਲਾ ਪਹਿਲਾ ਸ਼ਾਸਕ ਇਬਰਾਹਿਮ ਲੋਧੀ ਸੀ। 1526 ਈਸਵੀ ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਜੋ ਕਿ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਈ ਸੀ, ਜਿਹਦੇ ਵਿੱਚ ਜਿੱਤ ਜਿਹੜੀ ਹੈ ਬਾਬਰ ਦੀ ਹੋਈ ਸੀ ਤੇ ਇਬਰਾਹਿਮ ਲੋਧੀ ਹਾਰ ਗਿਆ ਸੀ। ਤੇ ਇਸ ਦੀ ਹਾਰ ਦੇ ਨਾਲ ਹੀ ਜਿਹੜਾ ਲੋਧੀ ਵੰਸ਼ ਦਾ ਇੱਥੋਂ ਸਮਾਪਤ ਹੋ ਚੁੱਕਿਆ ਸੀ ਤੇ ਦਿੱਲੀ ਤੇ ਮੁਗਲ ਵੰਸ਼ ਜਿਹੜਾ ਉਹ ਸ਼ੁਰੂ ਹੋ ਗਿਆ ਸੀ। ਸੋ 1526 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਜੋ ਕਿ ਬਾਬਰ ਦਾ ਹਿੰਦੁਸਤਾਨ
ਦੇ ਉੱਤੇ ਜਿਹੜਾ ਹੈ ਉਹ 5ਵਾਂ ਹਮਲਾ ਸੀ। ਲੇਕਿਨ ਪਾਣੀਪਤ ਦੀ ਉਹ ਪਹਿਲੀ ਲੜਾਈ ਮੰਨੀ ਜਾਂਦੀ ਹੈ 1526 ਦੇ ਵਿੱਚ, ਜਿਸ ਦੇ ਵਿੱਚ ਬਾਬਰ ਨੇ ਇਬਰਾਹਿਮ ਲੋਦੀ ਨੂੰ ਹਰਾ ਕੇ ਦਿੱਲੀ ਤੇ ਆਪਣਾ ਕਬਜ਼ਾ ਕੀਤਾ ਤੇ ਦਿੱਲੀ ਦਾ ਸੁਲਤਾਨ ਬਣਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਮੁਗਲ ਵੰਸ਼ ਸਟਾਰਟ ਹੋ ਗਿਆ ਸੀ। ਸੋ ਲੋਦੀ ਵੰਸ਼ ਦੇ 3 ਹੀ ਸ਼ਾਸਕ ਹੋਏ ਆ ਜੀ। ਸਭ ਤੋਂ ਪਹਿਲਾਂ ਬਹਿਲੋਲ ਖਾਨ ਲੋਦੀ, ਜਿਸ ਦਾ ਕਾਰਜਕਾਲ 1452 ਤੋਂ ਲੈ ਕੇ 1499 ਤੱਕ ਸੀ। ਦੂਸਰਾ ਉਸਦਾ ਪੁੱਤਰ ਹੋਇਆ ਸਿਕੰਦਰ ਲੋਦੀ, ਜੋ 1499 ਤੋਂ ਲੈ ਕੇ 1517 ਤੱਕ ਸੀ। ਤੀਸਰਾ ਹੈ ਜੀ ਇਬਰਾਹਿਮ ਲੋਦੀ, ਜਿਸ ਨਾਲ ਲੋਦੀ ਵੰਸ਼ ਦਾ ਅੰਤ ਹੋ ਗਿਆ। ਇਸ ਦਾ ਕਾਰਜਕਾਲ ਸਮਾਂ ਸੀ 1517 ਤੋਂ ਲੈ ਕੇ 1526 ਤੇ ਇਹ ਹਾਰਿਆ ਸੀ ਬਾਬਰ ਤੋਂ 1526 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ, ਜਿਸ ਦੇ ਵਿੱਚ ਬਾਬਰ ਜਿੱਤ ਗਿਆ ਸੀ ਤੇ ਉਸ ਤੋਂ ਬਾਅਦ ਲੋਦੀ ਵੰਸ਼ ਦਾ ਅੰਤ ਹੋ ਕੇ ਮੁਗਲ ਵੰਸ਼ ਸ਼ੁਰੂ ਹੋ ਗਿਆ ਸੀ। ਸੋ ਇਹ ਸੀਗੀ ਜੀ ਪੂਰੀ ਇਨਫੋਰਮੇਸ਼ਨ ਲੋਦੀ ਵੰਸ਼ ਦੇ ਬਾਰੇ। ਲੋਦੀ ਵੰਸ਼ ਕਿਸ ਤੋਂ ਸ਼ੁਰੂ ਹੋਇਆ, ਲਾਸਟ ਉਸਦਾ ਸ਼ਾਸਕ ਕੀ ਸੀ, ਕੀ ਕੁਝ ਉਹਨਾਂ ਨੇ ਕੀਤਾ ਤੇ ਕਿਸ ਤਰ੍ਹਾਂ ਔਰ ਕਿਸ ਸ਼ਾਸਕ ਦੇ ਨਾਲ ਲੋਦੀ ਵੰਸ਼ ਦਾ ਜਿਹੜਾ ਅੰਤ ਹੋਇਆ। ਸੋ ਇਹ ਸੀਗਾ ਜੀ ਸਾਰਾ ਲੋਦੀ ਵੰਸ਼ ਦੇ ਬਾਰੇ। ਆਈ ਹੋਪ ਹਰ ਇੱਕ ਚੀਜ਼ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋਈ ਹੋਏਗੀ। ਲੋਦੀ ਵੰਸ਼ ਦੇ ਵਿੱਚੋਂ ਜਿੰਨੇ ਵੀ ਇੰਪੋਰਟੈਂਟ ਕੁਐਸਚਨਸ ਬਣਦੇ ਸੀ ਉਹ ਆਪਾਂ ਇਹਦੇ ਵਿੱਚ ਜਿਹੜੇ ਤੁਹਾਨੂੰ ਕਰਵਾਏ ਨੇ। ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਮੁਗਲ ਵੰਸ਼ ਲੈ ਕੇ ਆਵਾਂਗੇ, ਜੋ 1526 ਦੇ ਵਿੱਚ ਬਾਬਰ ਦੇ ਨਾਲ ਸ਼ੁਰੂ ਹੋ ਗਿਆ ਸੀ। ਤਦ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਕਿਉਂਕਿ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ, ਤਾਂ ਤੁਹਾਨੂੰ ਹਰ ਇੱਕ ਵੀਡੀਓ ਦੀ ਜਾਣਕਾਰੀ ਟੈਲੀਗ੍ਰਾਮ ਚੈਨਲ ਤੋਂ ਜ਼ਰੂਰ ਮਿਲੇਗੀ। ਇਸ ਦੀ PDF ਵੀ ਮੈਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਸ਼ੇਅਰ ਕਰ ਦਾਂਗੀ। ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਮੁਗਲ ਵੰਸ਼ ਲੈ ਕੇ ਆਵਾਂਗੇ। ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ। ਥੈਂਕ ਯੂ।